ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ, ਜਪਜੀ ਸਾਹਿਬ ਦਾ ਸ਼ਲੋਕ ਹੈ, ਪੌੜੀ ਹੈ। ਜੇ ਜੁਗ ਚਾਰੇ ਆਰਜਾ ਹੋਰ ਦਸੋਣੀ ਹੋਏ, ਨਵਾਂ ਖੰਡਾਂ ਵਿੱਚ ਜਾਣੀਏ ਨਾਲ ਚੱਲੇ ਸਭ ਕੋਈ। ਚੰਗਾ ਨਾਉ ਰਖਾਏ ਕੇ ਜਸ ਕੀਰਤ ਜਗ ਲਈ, ਜੇ ਤਿਸ ਨਜ਼ਰ ਨਾ ਆਵੀ ਤਾਂ ਬਾਤ ਨਾ ਪੁੱਛੇ ਕੀ। ਗੁਰੂ ਸਾਹਿਬ ਆਪਣੇ ਮੁਖਾਰਬਿੰਦ ਤੋਂ ਉਚਾਰਨ ਕਰ ਰਹੇ ਹਨ ਕਿ ਮੰਨ ਲਓ ਪੁਰਸ਼ ਦੀ 4 ਯੁੱਗ ਦੀ ਆਯੂ ਹੋ ਜਾਵੇ। 4 ਯੁੱਗ ਦੀ ਆਯੂ ਕਿਤਨੀ ਆਯੂ ਹੁੰਦੀ ਹੈ? ਜਿਹੜਾ ਕਲਯੁਗ ਹੈ, ਇਸ ਦੀ ਉਮਰ 4,32,000 ਸਾਲ ਹੈ, ਜੋ ਸ਼ਾਸਤਰਾਂ ਵਿੱਚ ਲਿਖੀ ਹੈ। ਔਰ ਜੋ ਦੁਆਪਰ ਯੁੱਗ ਹੈ, ਉਸ ਦੀ 8,64,000 ਸਾਲ ਹੈ। ਉਸ ਤੋਂ ਦੋਗੁਣਾ ਕਰ ਲਓ ਤਾਂ ਜਿਹੜੀ ਦੁਆਪਰ ਯੁੱਗ ਦੀ ਉਮਰ ਹੈ, ਉਸ ਤੋਂ ਅੱਗੇ ਹੈ ਤ੍ਰੇਤਾ ਯੁੱਗ। ਤ੍ਰੇਤੇ ਯੁੱਗ ਦੀ ਉਮਰ ਹੈ 12,96,000 ਸਾਲ। ਅਤੇ ਜਿਹੜਾ ਸਤਯੁਗ ਹੈ, ਉਸ ਦੀ ਉਮਰ ਹੈ 17,28,000 ਸਾਲ। ਇਹਨਾਂ ਨੂੰ ਚਾਰਾਂ ਨੂੰ ਪਲੱਸ ਕਰ ਲਵੋ ਅਤੇ 43,20,000 ਸਾਲ ਬਣਦੇ ਹਨ। ਅਤੇ ਬਾਣੀ ਆਖਦੀ ਹੈ, ਜੇ ਯੁੱਗ ਚਾਰੇ ਆਰਜਾ, 4 ਯੁੱਗਾਂ ਜਿੰਨੀ ਇੱਕ ਮਨੁੱਖ ਦੀ ਆਯੂ ਹੋ ਜਾਵੇ। ਹੋਰ ਦਸੂਣੀ ਹੋਏ, ਮੰਨ ਲਓ ਹੁਣ 10 ਗੁਣਾ ਹੋ ਜਾਵੇ। 43,20,000 ਨੂੰ 10 ਗੁਣਾ ਨਾਲ 10 ਗੁਣਾ ਕਰ ਲਵੋ, 10 ਨਾਲ ਜਰਬ ਦੇ ਦੇਵੋ ਅਤੇ 10 ਗੁਣਾ ਹੋ ਜਾਂਦੀ ਹੈ। ਜੇ ਯੁੱਗ ਚਾਰੇ ਆਰਜਾ ਹੋਰ ਦਸੂਣੀ ਹੋਏ, ਨਵਾਂ ਖੰਡਾਂ ਵਿੱਚ ਮੰਨ ਲਓ ਇਤਨੀ ਲੰਬੀ ਆਯੂ ਹੋ ਜਾਵੇ ਅਤੇ 9 ਖੰਡਾਂ ਦੇ ਵਿੱਚ ਉਸ ਦਾ ਰਾਜ ਹੋਵੇ ਮਨੁੱਖ ਦਾ। ਨਾਲ ਚੱਲੇ ਸਭ ਕੋਈ, ਚੰਗੇ ਚੰਗੇ ਸਹਿਚਾਰੀ ਪੁਰਸ਼, ਵਿਦਵਾਨ ਪੁਰਸ਼, ਵਿਚਾਰਵਾਨ ਪੁਰਸ਼ ਔਰ ਬਲਵਾਨ ਪੁਰਸ਼, ਜੋ ਵੀ ਕਿਸੇ ਵਿੱਚ ਗੁਣ ਹਨ, ਉਹ ਨਾਲ ਚੱਲਣ ਉਸ ਪੁਰਸ਼ ਦੇ। ਜਦੋਂ ਨਾਲ ਚੱਲਣ ਅਤੇ ਉਸ ਪੁਰਸ਼ ਦੀ ਕਿਤਨੀ ਵਡਿਆਈ ਹੋਵੇਗੀ, ਜਿਤਨੀ ਵਡਿਆਈ ਹੋਵੇਗੀ ਉਤਨਾ ਉਸ ਦੀ ਮਹਾਨਤਾ ਹੋਵੇਗੀ। ਨਵਾਂ ਖੰਡਾਂ ਵਿੱਚ ਜਾਣੀਏ ਨਾਲ ਚੱਲੇ ਸਭ ਕੋਈ। 9 ਖੰਡ ਪ੍ਰਿਥਵੀ ਹੈ, ਅਤੇ 7 ਦੀਪਾਂ ਦਾ ਰਾਜ ਹੈ। ਸੱਤ ਦੀਪ ਹਨ, 9 ਖੰਡ ਪ੍ਰਿਥਵੀ ਹੈ। ਇਤਨਾ ਵੱਡਾ ਰਾਜ ਹੋਵੇ, 7 ਦੀਪਾਂ ਦੇ ਵਿੱਚ, 9 ਖੰਡਾਂ ਦੇ ਵਿੱਚ ਉਸ ਦਾ ਰਾਜ ਚੱਲਦਾ ਹੋਵੇ। ਨਵਾਂ ਖੰਡਾਂ ਵਿੱਚ ਜਾਣੀਏ ਨਾਲ ਚੱਲੇ ਸਭ ਕੋਈ। ਚੰਗਾ ਨਾਉ ਰਖਾਏ ਕੇ ਜਸ ਕੀਰਤ ਜਗ ਲਈ, ਉਸ ਦਾ ਨਾਮ ਵੱਡੇ ਲੋਕਾਂ ਦੇ ਵਿੱਚ ਹੋਵੇ। ਰਾਜਿਆਂ ਦਾ ਮਹਾਰਾਜਾ ਹੋਵੇ। ਮਹਾਰਾਜੇ ਦੀ ਉਮਰ ਇਤਨੀ ਹੋ ਨਹੀਂ ਸਕਦੀ, ਪਰ ਗੁਰੂ ਸਾਹਿਬ ਬਿਆਨ ਕਰਦੇ ਹਨ ਕਿ 43,20,000 ਸਾਲ ਨੂੰ 10 ਗੁਣਾ ਅਤੇ 10 ਨਾਲ ਗੁਣਾ ਕਰ ਦੇਵੋ, ਇਤਨੀ ਲੰਬੀ ਆਯੂ ਹੋ ਜਾਵੇ। 9 ਖੰਡਾਂ ਦੇ ਵਿੱਚ ਉਸ ਦਾ ਰਾਜ ਹੋਵੇ, 7 ਦੀਪਾਂ ਦੇ ਵਿੱਚ ਉਸ ਦਾ ਰਾਜ ਹੋਵੇ, ਚੱਲਦੀ ਹੋਵੇ, ਉਹਦੇ ਬਰਾਬਰ ਕੋਈ ਨਾ ਹੋਵੇ। ਚੰਗਾ ਨਾਮ ਰਖਾਏ ਕੇ ਉਸ ਦਾ ਨਾਮ ਬੜਾ ਉੱਚਾ ਹੋਵੇ। ਜਸ ਕੀਰਤ ਜਗ ਲਈ, ਚੰਗੇ ਚੰਗੇ ਰਾਜੇ ਮਹਾਰਾਜੇ ਛੋਟੇ ਉਸ ਦੇ ਅਧੀਨ ਹੋਣ, ਉਸ ਦੀ ਬੰਸਾਵਲੀ ਗਾਉਂਦੇ ਹੋਣ। ਜਸ ਕੀਰਤ, ਜਸ ਉਸ ਦੀ ਵਡਿਆਈ ਕਰਦੇ ਹੋਣ, ਕੀਰਤੀ ਗਾਉਂਦੇ ਹੋਣ। ਜੇ ਤਿਸ ਨਜ਼ਰ ਨਾ ਆਵੇ, ਜੇ ਕਰਕੇ ਉਸ ਪਰਮੇਸ਼ਰ ਦੀ ਨਿਗਾਹ ਦੇ ਵਿੱਚ ਜੇ ਨਾ ਹੋਵੇ ਉਹ ਪੁਰਸ਼, ਇਤਨੇ ਗੁਣ ਵੀ ਹੋਣ, ਇਤਨੀ ਲੰਬੀ ਆਯੂ ਹੋਵੇ, ਇਤਨਾ ਵਿਸ਼ਾਲ ਰਾਜ ਹੋਵੇ, ਤਾਂ ਜੇਕਰ ਉਸ ਪਰਮੇਸ਼ਰ ਦੀ ਨਜ਼ਰ ਦੇ ਵਿੱਚ ਨਹੀਂ ਹੈ ਤਾਂ ਫਿਰ ਕੀ ਹੋਵੇਗਾ?
कि एक कीट ਦੇ ਸਮਾਨ ਹੈ, ਛੋਟੇ ਤੋਂ ਛੋਟਾ ਆਦਮੀ ਹੈ। ਚੰਗਾ ਨਾਂ ਰਖਾਏ ਕੇ ਜਸ ਕੀਰਤ ਜਗ ਲੈ, ਜੇ ਤਿਸ ਨਜ਼ਰ ਨਾ ਆਵੇ ਤਾਂ ਬਾਤ ਨਾ ਪੁੱਛੇ ਕਿ ਕੋਈ ਵੀ ਉਸ ਨੂੰ ਪੁੱਛਦਾ ਨਹੀਂ ਜੇਕਰ ਪਰਮੇਸ਼ਰ ਦੀ ਨਿਗਾਹ ਨਾ ਹੋਵੇ। प्यारी साध संगत, इतनी बड़ी आयु हो नहीं सकती, इतना बड़ा राज हो नहीं सकता, इतनी बड़ी वड्याई हो नहीं सकती और इतनी महानता नहीं हो सकती, पर गुरु साहब आखते हैं कि हो जाए, मन लो हो जाए। इतना बड़ा उसका नाम होवे, जे परमेश्वर की निगाह दे विच नहीं है। जो परमेश्वर है, 4 युग उसकी करामात है, 9 खंड उसकी करामात है। पृथ्वी, आकाश, जल, वायु, अग्नि, सूरज, चंद, तारे, ये जो हैं सारी उसकी कलाकृति है। मनुख जमदा है, मरदा है, चलिया जाता है इस दुनिया तो, पर आखते हैं कि जे परमेश्वर की निगाह ना हो, सवली ना हो, तो कुछ नहीं। फिर पर जदों जवानी का कौतक वरतदा है, जदों 4 धेले होंदे हन बंदे कोल, तो उदों किसी नूं पछाणदा नहीं। खून गर्म हुंदा है, आजू बलवान हुंदी है, सारे सुख साधन हुंदे हन, ते पुरुष आखदा है कि मैं नहीं किसी नूं मनदा। पर जदों समा आउंदा है तो परमेश्वर आपे ही मना लैंदा है, आपे ही ईन मनदा है। तो प्यारी साध संगत, जदों उस परमेश्वर की निगाह हुंदी है अपने भगत दे उत्ते, तो राजियां दा महाराजा हुंदा है। जिथे तक परमेश्वर व्यापक है, उत्थे तक उसका वास हुंदा है। तुम हो सब राजन के राजा। कई इत्थे राजे आए, कई चल गए। मनुखों की तो गिनती अलग है, राजियां की गिनती नहीं हो सकती कि कितने राजे हो गए अज तक। बाकी उस परमेश्वर की रजा दे विच रहना, निमरता दे विच रहना, गुण खटने, गुण कमाने, उहदे गुण गाने, गुणवान बंदियां की सेवा करनी, गुणियां दे विच रहना और बुरी संगत तो दूर रहना, ये लक्षण भद्र पुरुषों के हैं। इस तरह के लक्षण हो जाण तो परमेश्वर की दरगाह दे विच प्रवान हुंदा है। अज तक कई हंकारी हो के चले गए, उन्होंने किसी ने पूछा नहीं। निरहंकार दा मान पैंदा, इज्जत हुंदी है, मान हुंदा है, सन्मान हुंदा है। इस करके दीन बन के रहना, चाहे छोटी आजू है चाहे बड़ी आजू है, निमरता उस परमेश्वर दे विच रखनी, उहदी संगत दे विच रखनी, सारे संसार दे अगे झुकना मन करके। ये नहीं भी शरीर झुके तो मन अंदरों हंकारी हो। कई लोग हाथ जोड़ते हैं पर अंदरों बड़ा बड़ा हंकार हुंदा है। इस करके अंदरों झुकदा होवे बंदा, मन का मुल पैंदा है, तन का मुल नहीं पैंदा। मन स्पष्ट होना चाहिए, मन की हाज़री दरगाह दे विच प्रवान हुंदी है। जिस तरह गुरु गोबिंद सिंह जी के समय की गल है, गुरु गोबिंद सिंह जी महाराज विराजमान सन आनंदपुर साहब दे विच, तां सिखां दीयां ड्यूटियां लगियां करदियां सन, किसी दी रात दी, किसी दी दिन दी। पहरे ते खड़े सन सिख, ते दूरों आवाज़ आ रही सी, नकलां होण दी, ड्रामा को हो रहा सी पिंड दे विच किसी च। ते किसी सिख दा मन कीता कि जाके देखिए, रात पई होए किहड़ा किसी ने देखना। 2 सिखां ने सलाह की, आपस में चले गए देखण लई, ते दूजिआं नूं आगे कि दसना नहीं। ਜਿਹੜੇ ਉੱਥੇ देखण गए सन, उन्हां दा मन गुरु के चरणों में है कि जे पता लग गया तो बड़ा काम खराब होना है। गुरु साहब तो डांट पवेगी, फटकार पवेगी कि तुसीं मेरे सिख हो, तुसीं कित्थे नकलां देखण गए, ड्रामे देखण गए। उधर देखते हैं तो हाज़री गुरु चरणों के विच है। ते जिहड़े नहीं गए सन
ਉਹਨਾਂ ਦਾ ਸਰੀਰ ਉੱਥੇ ਹਾਜ਼ਰ ਹੈ ਤੇ ਦੇਖਦੇ ਹਨ, ਮਨ ਕਰਕੇ ਡਰਾਮਾ ਦੇਖਦੇ ਹਨ। ਕੰਨਾਂ ਦੇ ਵਿੱਚ ਆਵਾਜ਼ ਪੈ ਰਹੀ ਹੈ। ਜਦੋਂ ਆਵਾਜ਼ ਪੈਂਦੀ ਹੈ, ਮਨ ਕਰਦਾ ਹੈ ਕਿ ਜਾ ਕੇ ਦੇਖੀਏ। ਸਮਾਂ ਬੀਤਿਆ, ਰਾਤ ਬੀਤ ਗਈ। ਦੂਸਰੇ ਦਿਨ ਦੀਵਾਨ ਲੱਗਾ। ਗੁਰੂ ਸਾਹਿਬ ਆ ਕੇ ਵੀਰ ਆਸਣ ਦੇ ਉੱਤੇ ਬਿਰਾਜਮਾਨ ਹੋਏ, ਆਪਣੇ ਸਿੰਘਾਸਣ ਦੇ ਉੱਤੇ, ਤੇ ਆਖਦੇ ਹਨ ਕਿ ਜਿਹੜੇ ਗੈਰ ਹਾਜ਼ਰ ਉਹ ਹਾਜ਼ਰ, ਜਿਹੜੇ ਹਾਜ਼ਰ ਹਨ ਉਹ ਗੈਰ ਹਾਜ਼ਰ। ਸਾਰੀ ਸੰਗਤ ਦੇਖ ਰਹੀ ਕਿ ਕੀ ਗੱਲ ਹੈ। ਲਾਗੋ ਸਿੱਖਾਂ ਨੇ ਪੁੱਛਿਆ, ਮਹਾਰਾਜ ਕੀ ਗੱਲ ਹੋਈ, ਇਸ ਤਰ੍ਹਾਂ ਕਿਉਂ ਆਖ ਰਹੇ ਹੋ? ਤੇ ਗੁਰੂ ਸਾਹਿਬ ਆਖਦੇ ਹਨ ਕਿ ਕੁਛ ਰਾਤੀ ਸਾਡੇ ਸਿੱਖ ਡਰਾਮਾ ਦੇਖਣ ਲਈ, ਨਕਲਾਂ ਦੇਖਣ ਲਈ ਚਲੇ ਗਏ ਪਿੰਡ ਦੇ ਵਿੱਚ, ਪਰ ਉਹਨਾਂ ਦਾ ਮਨ ਸਾਡੇ ਕੋਲ ਸੀ। ਜਿਹੜੇ ਇੱਥੇ ਹਾਜ਼ਰ ਸਨ ਉਹਨਾਂ ਦਾ ਮਨ ਡਰਾਮੇ ਦੇ ਵਿੱਚ, ਨਕਲਾਂ ਦੇ ਵਿੱਚ ਲੱਗਾ ਹੋਇਆ ਸੀ। ਇਸ ਕਰਕੇ ਅਸੀਂ ਕਿਹਾ ਹੈ, ਜਿਹੜੇ ਗੈਰ ਹਾਜ਼ਰ ਉਹ ਹਾਜ਼ਰ, ਜਿਹੜੇ ਹਾਜ਼ਰ ਉਹ ਗੈਰ ਹਾਜ਼ਰ। ਇਸ ਕਰਕੇ ਪਿਆਰੀ ਸਾਧ ਸੰਗਤ, ਗੁਰੂ ਦੇ ਚਰਨਾਂ ਦੇ ਵਿੱਚ ਮਨ ਦੀ ਹਾਜ਼ਰੀ ਲੱਗਦੀ ਹੈ। ਕਿਤੇ ਵੀ ਬੰਦਾ ਬੈਠਾ ਹੋਵੇ, 7 ਸਮੁੰਦਰ ਪਾਰ ਬੈਠਾ ਹੋਵੇ, ਗੁਰੂ ਹਰ ਇੱਕ ਜਗ੍ਹਾ ਬਿਰਾਜਮਾਨ ਹੈ। ਉਸ ਨੂੰ ਜਾਣ ਨੂੰ ਦੇਰੀ ਨਹੀਂ ਲੱਗਦੀ। ਸ਼ਰਧਾ ਨੂੰ ਫੁੱਲ ਲੱਗਦੇ ਹਨ, ਫਲ ਲੱਗਦੇ ਹਨ। ਇਸ ਕਰਕੇ ਗੁਰੂ ਜਿਹੜਾ ਮਨ ਦੀ ਹਾਜ਼ਰੀ ਪ੍ਰਵਾਨ ਕਰਦਾ ਹੈ, ਮਨ ਵਿੱਚ ਸਤਿਗੁਰ ਕੇ ਪਾਸ ਤੇ ਸੇਵਕ ਕੇ ਕਾਰਜ ਰਾਸ। ਇਸ ਕਰਕੇ ਉਹਦੀ ਸ਼ਰਨ ਵਿੱਚ ਰਹਿ ਕੇ ਦਿਨ ਗੁਜ਼ਾਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।